हाँ जी 1.3 अभ्यास ਦੇ ਆਪਣੇ ਜਿਹੜੇ ਅਗਲੇ ਸਵਾਲ ਨੇ 6ਵਾਂ ਸਵਾਲ In a freezing reaction, temperature of a room is lowered from 40 degrees Celsius at a rate of 5 degree Celsius per hour. Find the temperature of the room 10 hours later. ਸੋ ਇਸ 'ਚ ਕੀ ਕਿਹਾ ਗਿਆ ਹੈਗਾ ਕਿ ਇੱਕ ਕਮਰੇ ਦਾ ਤਾਪਮਾਨ 40 ਡਿਗਰੀ ਤੋਂ ਘਟਾਉਣਾ ਹੈ। ਹੁਣ ਕਿੰਨਾ ਹੈ 40 ਡਿਗਰੀ ਹੈ, ਕਿੰਨਾ ਘਟਦਾ ਹੈ 5 ਡਿਗਰੀ ਸੈਲਸੀਅਸ ਪਰ ਆਵਰ। 1 ਘੰਟੇ ਬਾਅਦ 5 ਡਿਗਰੀ ਘਟ ਜਾਂਦਾ ਹੈ, ਮਤਲਬ 1 ਘੰਟੇ ਬਾਅਦ 5 ਘਟ ਗਿਆ, ਫਿਰ ਅਗਲੇ ਘੰਟੇ ਬਾਅਦ 10 ਘਟ ਜੂ, ਫਿਰ ਅਗਲੇ ਘੰਟੇ ਬਾਅਦ 5 ਹੋਰ ਘਟ ਕੇ 15 ਘਟ ਜੂ, ਫਿਰ 20, ਫਿਰ 25, ਫਿਰ 30, ਫਿਰ 35, ਏਕੜ 5 ਕਰਕੇ ਘਟੀ ਜਾਂਦਾ ਹੈ ਹਰੇਕ ਘੰਟੇ ਬਾਅਦ। ਤਾਂ ਆਪਾਂ ਦੱਸਣਾ ਵੀ 10 ਘੰਟਿਆਂ ਬਾਅਦ ਉਸ ਕਮਰੇ ਦਾ ਤਾਪਮਾਨ ਕਿੰਨਾ ਰਹਿ ਜੂਗਾ। ਸੋ ਦੇਖਦੇ ਹਾਂ ਸਵਾਲ ਇਹ। ਪਹਿਲਾਂ ਤਾਂ ਅਸੀਂ ਲਿਖਦੇ ਹਾਂ ਕਿ ਟੈਂਪਰੇਚਰ ਆਫ ਦਾ ਰੂਮ ਕਿੰਨਾ ਹੈ, ਉਹ ਕਿੰਨਾ ਹੈ 40 ਡਿਗਰੀ ਸੈਲਸੀਅਸ। ਰੇਟ ਘਟਣ ਦੀ ਦਰ ਕਿੰਨੀ ਹੈ 5 ਡਿਗਰੀ ਸੈਲਸੀਅਸ ਪਰ ਆਵਰ। ਸੋ ਡਿਕਰੀਜ਼ ਇਨ ਦਾ ਟੈਂਪਰੇਚਰ ਆਫਟਰ 10 ਆਵਰਸ ਕਿੰਨਾ ਘਟੂਗਾ। 1 ਘੰਟੇ ਬਾਅਦ ਕਿੰਨਾ ਘਟਦਾ ਹੈ 5 ਡਿਗਰੀ, 10 ਘੰਟਿਆਂ ਬਾਅਦ ਕਿੰਨਾ ਘਟੂਗਾ 5 ਨੂੰ 10 ਨਾਲ ਗੁਣਾ ਕਰ ਦਾਂਗੇ, 10 5 50 ਡਿਗਰੀ ਸੈਲਸੀਅਸ। ਠੀਕ ਹੈ ਹੁਣ ਕਿੰਨਾ ਹੈਗਾ 40 ਡਿਗਰੀ ਹੈ, 40 ਦੇ ਵਿੱਚੋਂ 50 ਘਟਾਉਣਾ ਹੈ। ਠੀਕ ਹੈ 40 ਦੇ ਵਿੱਚੋਂ 50 ਘਟਾਉਣਾ ਹੈ, ਇਹਦਾ ਮਤਲਬ ਛੋਟੀ ਤੋਂ ਵੱਡੀ ਰਕਮ ਘਟਾਵਾਂਗੇ ਤਾਂ ਆਨਸਰ ਮਾਈਨਸ 'ਚ ਆਊਗਾ। ਤਾਂ ਜਿਹੜਾ ਟੈਂਪਰੇਚਰ ਹੈ ਰੂਮ ਦਾ ਉਹ ਕਿੰਨਾ ਰਹਿ ਜਾਊਗਾ -10 ਡਿਗਰੀ ਸੈਲਸੀਅਸ, 0 ਤੋਂ ਵੀ 10 ਡਿਗਰੀ ਥੱਲੇ। अगला है in a class test of 10 questions 5 marks are given for every correct answer, -2 for each wrong answer and 0 for question left unattempted. Answer the following. ਇੱਕ ਟੈਸਟ ਹੈ 10 ਸਵਾਲ ਨੇ, ਉਹਦੇ 'ਚ ਜੇ ਤਾਂ ਸਹੀ ਜਵਾਬ ਦੇਵਾਂਗੇ ਫਿਰ ਤਾਂ 5 ਨੰਬਰ ਮਿਲਣਗੇ ਹਰੇਕ ਸਵਾਲ ਦੇ ਸਹੀ ਜਵਾਬ ਦੇ, ਜੇ ਗਲਤ ਜਵਾਬ ਦੇਵਾਂਗੇ ਫਿਰ ਇੱਕ ਗਲਤ ਜਵਾਬ ਦੇ -2 ਨੰਬਰ ਮਿਲਣਗੇ, ਤੇ ਜੇ ਸਵਾਲ ਹੱਲ ਨਹੀਂ ਕੀਤਾ ਫਿਰ 0 ਮਿਲੂਗੀ। ਠੀਕ ਹੈ 10 ਸਵਾਲ ਨੇ ਇੱਕ ਟੈਸਟ ਦੇ ਵਿੱਚ, ਸਹੀ ਜਵਾਬ ਦੇ 5 ਨੰਬਰ ਮਿਲਦੇ ਨੇ, ਗਲਤ ਜਵਾਬ ਦੇਣ ਤੇ -2 ਨੰਬਰ ਮਿਲਦੇ ਨੇ, ਜੇ ਤੁਸੀਂ ਕਰਦੇ ਹੀ ਨਹੀਂ ਸਵਾਲ ਤਾਂ ਫਿਰ 0, ਮਤਲਬ ਕੋਈ ਨੰਬਰ ਨਹੀਂ ਮਿਲਦਾ। ਤਾਂ ਆਪਾਂ ਥੱਲੇ ਜਿਹੜੇ ਪ੍ਰਸ਼ਨ ਪੁੱਛੇ ਨੇ ਉਹਨਾਂ ਦੇ ਆਨਸਰ ਦੇਣੇ ਨੇ। ਹਾਂਜੀ ਇਹ ਪਹਿਲਾ ਕੁਐਸਚਨ ਹੈਗਾ ਮੋਹਨ ਅਟੈਂਪਟਡ 4 ਕਰੈਕਟ, 4 ਸਹੀ ਕੀਤੇ 6 ਰੋਂਗ, 6 ਗਲਤ ਕੀਤੇ, ਟੋਟਲ ਕਿੰਨੇ ਹੋ ਗਏ ਉਹਦੇ। ਦੇਖੋ ਮਾਰਕਸ ਫॉर ਐਵਰੀ ਕਰੈਕਟ ਆਨਸਰ, ਸਹੀ ਸਵਾਲ ਦਾ ਕਿੰਨਾ ਹੈ ਨੰਬਰ ਨੇ 5, ਗਲਤ ਜਵਾਬ ਦੇਣ ਤੇ ਕਿੰਨੇ ਨੰਬਰ ਨੇ -2। ਤਾਂ ਫਿਰ 4 ਸਹੀ ਜਵਾਬ ਦੇਣ ਤੇ ਕਿੰਨੇ ਨੰਬਰ ਮਿਲਣਗੇ, ਇੱਕ ਸਹੀ ਜਵਾਬ ਦੇ ਕਿੰਨੇ ਨੇ 5 ਨੇ, 4 ਦੇ ਕਿੰਨੇ ਹੋਣਗੇ 4 5 20 ਨੰਬਰ, ਇੱਕ ਗਲਤ ਆਨਸਰ ਦੇ ਕਿੰਨੇ ਨੰਬਰ ਨੇ -2, 6 ਗਲਤ ਆਨਸਰ ਦੇਵਾਂਗੇ ਤਾਂ ਕਿੰਨੇ ਹੋ ਜਾਣਗੇ 6 ਦੂਣੀ 12 ਨਾਲ -12, ਟੋਟਲ ਕਿੰਨੇ ਹੋ ਗਏ 20 ਸਹੀ -12 ਗਲਤ ਦੇ। ਤਾਂ ਫਿਰ 20 ਦੇ ਵਿੱਚੋਂ 12 ਮਾਈਨਸ ਹੋ ਗਏ, ਕਿੰਨੇ ਰਹਿ ਗਏ 8, ਤਾਂ ਟੋਟਲ ਨੰਬਰ ਕਿੰਨੇ ਬਣ ਗਏ ਉਹਦੇ 8 ਨੰਬਰ। ਉਸ ਤੋਂ ਬਾਅਦ ਦੂਜਾ ਸਵਾਲ ਹੈ ਰੇਸ਼ਮਾ ਅਟੈਂਪਟਡ 5 ਕਰੈਕਟ, 5 ਸਹੀ ਨੇ 5 ਰੋਂਗ, 5 ਗਲਤ ਨੇ। ਦੇਖਦੇ ਹਾਂ ਤੇ ਕਿੰਨੇ ਬਣਦੇ ਨੇ। ਸੋ 5 ਕਰੈਕਟ ਆਨਸਰਸ। ਠੀਕ ਹੈ ਜੀ ਇੱਕ ਸਹੀ ਦੇ ਕਿੰਨੇ ਨੇਗੇ 5, 5 ਸਹੀ ਦੇ ਕਿੰਨੇ ਹੋਣਗੇ 5 5 25, ਫਿਰ 5 ਗਲਤ ਵੀ ਕੀਤੇ ਨੇ, ਇੱਕ ਗਲਤ ਕਰਨ ਦੇ ਕਿੰਨੇ ਨੰਬਰ ਨੇ -2, 5 ਗਲਤ ਕਰਨ ਦੇ ਕਿੰਨੇ ਹੋਣਗੇ 5 ਦੂਣੀ 10 ਨਾਲ -10। ਤਾਂ ਟੋਟਲ ਕਿੰਨੇ ਹੋ ਗਏ ਜੀ 25 ਸਹੀ ਨੰਬਰ ਨੇ, -10 ਨੇ ਜਿਹੜੇ ਉਹ ਗਲਤ ਦੇ ਨੰਬਰ ਨੇ, ਤਾਂ 25 ਚੋਂ 10 ਘਟਾਵਾਂਗੇ 15। ਤੀਜਾ ਹੈ ਹਿਨਾ ਅਟੈਂਪਟਡ 7 ਕੁਐਸਚਨ, 7 ਕੁਐਸਚਨ ਕੀਤੇ ਨੇ, 5 ਰੋਂਗ ਨੇ 5 ਗਲਤ ਨੇ 2 ਸਹੀ ਨੇ। ਠੀਕ ਹੈ 3 ਕਰੇ ਨਹੀਂ ਉਹਨੇ, ਤਾਂ 5 ਗਲਤ ਨੇ 2 ਸਹੀ ਨੇ। ਦੇਖੋ ਇਹ ਜਿਹੜਾ ਕੁਐਸਚਨ ਹੈ ਤੁਸੀਂ ਇਹ ਆਪ ਕਰਨਾ ਹੈਗਾ। ਠੀਕ ਹੈ ਜਿਹੜਾ ਤੀਸਰਾ ਭਾਗ ਹੈ ਇਹ ਕੁਐਸਚਨ ਤੁਸੀਂ ਆਪ ਕਰਨਾ ਹੈਗਾ, 5 ਗਲਤ ਨੇ 2 ਸਹੀ ਨੇ। ਹਾਂਜੀ ਅਗਲਾ ਦੇਖੋ 8ਵਾਂ A cement company earns a profit of ₹8 per pouch of white cement
and bears a loss of ₹5 per pouch of grey cement। ਇੱਕ ਕੰਪਨੀ ਹੈਗੀ ਸੀਮੈਂਟ ਬਣਾਉਂਦੀ ਹੈ, ਦੋ ਤਰ੍ਹਾਂ ਦਾ ਸੀਮੈਂਟ ਹੈ, ਚਿੱਟਾ ਸੀਮੈਂਟ ਤੇ ਸਲੇਟੀ ਸੀਮੈਂਟ, ਗ੍ਰੇ ਸੀਮੈਂਟ। ਜਦੋਂ ਤਾਂ ਉਹ ਚਿੱਟੇ ਸੀਮੈਂਟ ਦੀ ਬੋਰੀ ਵੇਚਦੀ ਹੈ ਤਾਂ ਉਹਨੂੰ ਇੱਕ ਬੋਰੀ ਤੇ ਕਿੰਨੇ ਰੁਪਈਆਂ ਦਾ ਫਾਇਦਾ ਹੁੰਦਾ? 8 ਰੁਪਈਆਂ ਦਾ। ਜਦੋਂ ਉਹ ਗ੍ਰੇ ਸੀਮੈਂਟ ਦੀ ਬੋਰੀ ਵੇਚਦੀ ਆ ਉਦੋਂ ਉਹਨੂੰ ਨੁਕਸਾਨ ਹੁੰਦਾ, ਇੱਕ ਬੋਰੀ ਤੇ ਕਿੰਨੇ ਰੁਪਈਆਂ ਦਾ ਨੁਕਸਾਨ ਹੁੰਦਾ? 5 ਰੁਪਈਆਂ ਦਾ। ਠੀਕ ਆ ਜੀ। ਚਿੱਟੇ ਸੀਮੈਂਟ ਦੀ ਬੋਰੀ ਵੇਚੇ ਤੇ ਇੱਕ ਬੋਰੀ ਤੇ 8 ਰੁਪਈਆਂ ਦਾ ਫਾਇਦਾ ਹੁੰਦਾ, ਤੇ ਗ੍ਰੇ ਸੀਮੈਂਟ ਦੀ ਬੋਰੀ ਵੇਚਣ ਨਾਲ ਇੱਕ ਬੋਰੀ ਤੇ 5 ਰੁਪਈਆਂ ਦਾ ਨੁਕਸਾਨ ਹੁੰਦਾ। ਤਾਂ ਆਹ ਸਵਾਲ ਨੇਗੇ। ਤਾਂ ਕੰਪਨੀ 3000 ਬੋਰੀਆਂ ਚਿੱਟੇ ਸੀਮੈਂਟ ਦੀਆਂ ਵੇਚਦੀ ਆ, 5000 ਬੋਰੀਆਂ ਗ੍ਰੇ ਸੀਮੈਂਟ ਦੀਆਂ ਵੇਚਦੀ ਆ। ਆਪਾਂ ਨੂੰ ਪੁੱਛਿਆ ਵੀ ਕਿੰਨਾ ਫਾਇਦਾ ਹੋਊਗਾ, ਕਿੰਨਾ ਨੁਕਸਾਨ ਹੋਊਗਾ, ਤਾਂ ਆਪਾਂ ਦੇਖਦੇ ਹਾਂ। ਹਾਂਜੀ, ਚਿੱਟੇ ਸੀਮੈਂਟ ਦੀ ਬੋਰੀ ਵੇਚੇ ਤੇ ਕੀ ਹੁੰਦਾ? ਫਾਇਦਾ। ਇੱਕ ਬੋਰੀ ਤੇ ਕਿੰਨੇ ਦਾ ਫਾਇਦਾ ਹੁੰਦਾ? 8 ਰੁਪਈਆਂ ਦਾ। ਕਿੰਨੀਆਂ ਬੋਰੀਆਂ ਵੇਚੀਆਂ ਨੇ? 3000। 3000 ਬੋਰੀ ਤੇ ਕਿੰਨਾ ਫਾਇਦਾ ਹੋਊਗਾ? 3000 ਗੁਣਾ 8, 8 ਤੀਏ 24, ਨਾਲ 3 0 ਲੱਗ ਗਈਆਂ, ਤਾਂ 24000 ਰੁਪਏ ਦਾ ਫਾਇਦਾ ਹੋਊਗਾ 3000 ਬੋਰੀ ਵੇਚੇ ਤੇ। ਹੁਣ 5000 ਬੋਰੀ ਜਿਹੜੀ ਆ ਉਹ ਗ੍ਰੇ ਸੀਮੈਂਟ ਦੀ ਵੀ ਵਿਕੀ ਆ, ਇੱਕ ਬੋਰੀ ਤੇ ਕਿੰਨੇ ਦਾ ਨੁਕਸਾਨ ਹੁੰਦਾ? 5 ਰੁਪਈਆਂ ਦਾ। 5000 ਬੋਰੀਆਂ ਤੇ ਕਿੰਨਾ ਨੁਕਸਾਨ ਹੋਊਗਾ? ਗੁਣਾ ਕਰਾਂਗੇ, 5 5 25, 3 0 25000 ਦਾ ਨੁਕਸਾਨ ਹੋ ਗਿਆ। ਠੀਕ ਹੈ। ਫਾਇਦਾ ਕਿੰਨੇ ਦਾ ਹੋਇਆ ਸੀ? 24000 ਦਾ। ਨੁਕਸਾਨ ਕਿੰਨੇ ਦਾ ਹੋ ਗਿਆ? 25000 ਦਾ। ਨੁਕਸਾਨ ਵੱਧ ਹੋ ਗਿਆ, ਤਾਂ ਫਿਰ ਕੁੱਲ ਮਿਲਾ ਕੇ ਨੁਕਸਾਨ ਇਹ ਹੋਊਗਾ। ਠੀਕ ਆ, ਨੁਕਸਾਨ ਵੱਧਦਾ ਹੋ ਗਿਆ। 24000 ਰੁਪਏ ਉਹਨਾਂ ਨੇ ਕਮਾਏ ਸੀਗੇ, 25000 ਖਰਚੇ ਨੁਕਸਾਨ 'ਚ ਗਏ, ਤਾਂ ਕੁੱਲ ਨੁਕਸਾਨ ਕਿੰਨੇ ਦਾ ਹੋ ਗਿਆ? 25000 ਮਾਈਨਸ 24000 ਬਰਾਬਰ 1000 ਰੁਪਈਆ। ਠੀਕ ਹੈ ਜੀ। 25000 ਦਾ ਨੁਕਸਾਨ ਸੀਗਾ, 24000 ਦਾ ਉਹ 'ਚੋਂ ਫਾਇਦਾ ਹੋ ਗਿਆ, ਤਾਂ ਨੁਕਸਾਨ ਕਿੰਨੇ ਦਾ ਬਾਕੀ ਬਚ ਗਿਆ? 1000 ਦਾ ਨੁਕਸਾਨ ਰਹਿ ਗਿਆ। ਇਹ ਸੀਗਾ ਏ ਪਾਰਟ, ਕਿ 3000 ਬੋਰੀਆਂ ਵੇਚੀਆਂ ਚਿੱਟੇ ਸੀਮੈਂਟ ਦੀਆਂ, 5000 ਵੇਚੀਆਂ ਗ੍ਰੇ ਸੀਮੈਂਟ ਦੀਆਂ, ਟੋਟਲ ਨੁਕਸਾਨ ਜਾਂ ਫਾਇਦਾ ਕਿੰਨਾ ਹੋਇਆ, ਪ੍ਰੋਫਿਟ ਜਾਂ ਲਾਸ। ਤਾਂ ਇਹ ਸੀ। ਠੀਕ, ਫਾਇਦਾ ਹੋਇਆ ਸੀ 24000 ਦਾ, ਨੁਕਸਾਨ ਹੋਇਆ ਸੀ 25000 ਦਾ। ਨੁਕਸਾਨ ਕਿੰਨੇ ਦਾ ਰਹਿ ਗਿਆ? 1000 ਦਾ ਰਹਿ ਗਿਆ, ਕਿਉਂਕਿ 24000 ਦਾ ਫਾਇਦਾ ਵੀ ਤਾਂ ਹੋ ਗਿਆ ਨਾ। ਉਸ ਤੋਂ ਬਾਅਦ ਅੱਗੇ, if the company sells 6400 pouches of grey cement, how many pouches of white cement must be sold to have no loss or profit? ਇਹਦਾ ਮਤਲਬ ਉਹ ਕੀ ਕਹਿੰਦੇ ਨੇ ਕਿ ਕੰਪਨੀ ਨੇ 6400 ਬੋਰੀ ਵੇਚੀ ਆ ਗ੍ਰੇ ਸੀਮੈਂਟ ਦੀ। ਹੁਣ ਉਹ ਚਿੱਟੇ ਸੀਮੈਂਟ ਦੀਆਂ ਕਿੰਨੀਆਂ ਬੋਰੀਆਂ ਵੇਚਣ ਵੀ ਨਾ ਤਾਂ ਫਾਇਦਾ ਹੋਵੇ ਨਾ ਨੁਕਸਾਨ ਹੋਵੇ, ਮਤਲਬ ਜਿੰਨਾ ਆਹ ਬੋਰੀਆਂ ਵੇਚ ਕੇ ਨੁਕਸਾਨ ਹੋਇਆ ਉਨਾ ਹੀ ਫਾਇਦਾ ਹੋ ਜਾਵੇ, ਤਾਂ ਕਿ ਨੁਕਸਾਨ ਤੇ ਲਾਭ 0 ਹੋ ਜਾਣ। ਠੀਕ, ਕਿਉਂਕਿ ਗ੍ਰੇ ਸੀਮੈਂਟ ਵੇਚੇ ਤੇ ਨੁਕਸਾਨ ਹੁੰਦਾ ਨਾ। ਸੋ ਦੇਖੋ ਕਿੰਨਾ ਲਾਸ ਹੋਇਆ ਜੀ। 6400 ਬੋਰੀ ਵੇਚੀ ਉਹਨਾਂ ਨੇ, ਇੱਕ ਬੋਰੀ ਤੇ ਕਿੰਨੇ ਦਾ ਲਾਸ ਹੁੰਦਾ? ਨੁਕਸਾਨ ਹੁੰਦਾ 5 ਰੁਪਏ ਦਾ। 6400 ਬੋਰੀ ਤੇ ਕਿੰਨਾ ਆਊਗਾ? 64 100 ਗੁਣਾ 5, ਤਾਂ ਕਿੰਨਾ ਆ ਗਿਆ? 32000। ਇੰਨੇ ਦਾ ਨੁਕਸਾਨ ਹੋ ਗਿਆ। ਹੁਣ ਉਹ ਕਹਿੰਦੇ ਵੀ ਚਿੱਟੇ ਸੀਮੈਂਟ ਦੀਆਂ ਕਿੰਨੀਆਂ ਬੋਰੀਆਂ ਵੇਚੀਏ। ਅੱਛਾ, ਚਿੱਟੇ ਸੀਮੈਂਟ ਦੀ ਬੋਰੀ ਵੇਚੇ ਤੇ ਫਾਇਦਾ ਕਿੰਨੇ ਦਾ ਹੁੰਦਾ? 8 ਰੁਪਈਆਂ ਦਾ। ਤਾਂ ਆਪਾਂ ਜਿਹੜਾ ਕੁੱਲ ਲਾਸ ਆ ਉਹਨੂੰ 8 ਨਾਲ ਡਿਵਾਈਡ ਕਰ ਦਾਂਗੇ। 8 ਨਾਲ ਡਿਵਾਈਡ ਕਿਉਂ ਕਰਾਂਗੇ? ਕਿਉਂਕਿ ਇੰਨਾ ਲਾਸ ਆ ਤੇ ਇੰਨਾ ਹੀ ਸਾਨੂੰ ਫਾਇਦਾ ਹੋਣਾ ਚਾਹੀਦਾ। ਜਿੰਨੇ ਰੁਪਈਏ ਸਾਡੇ ਨੁਕਸਾਨ 'ਚ ਗਏ ਨੇ, ਜੇ ਅਸੀਂ ਓਨੇ ਹੀ ਕਮਾ ਲਈਏ ਤਾਂ ਫਿਰ ਸਾਡਾ ਨੁਕਸਾਨ ਤਾਂ 0 ਹੋ ਗਿਆ ਨਾ। ਨੁਕਸਾਨ ਵੀ ਨਹੀਂ ਹੋਇਆ, ਫਾਇਦਾ ਵੀ ਨਹੀਂ ਹੋਇਆ, ਜਿੰਨੇ ਗਏ ਸੀ ਉਨੇ ਹੀ ਆ ਗਏ। ਤਾਂ 32000 ਨੂੰ ਅਸੀਂ ਕੀ ਕੀਤਾ? ਇੰਨੇ ਹੀ ਅਸੀਂ ਕਮਾਉਣੇ ਨੇ, ਹੁਣ ਫਾਇਦੇ 'ਚ ਲਿਆਉਣੇ ਨੇ, ਤਾਂ 32000 ਨੂੰ ਅਸੀਂ 8 ਨਾਲ ਭਾਗ ਕਰਤਾ। 8 ਕੀ ਹੈ? ਇੱਕ ਬੋਰੀ ਤੇ ਫਾਇਦਾ ਜਦੋਂ ਅਸੀਂ ਚਿੱਟਾ ਸੀਮੈਂਟ ਵੇਚਦੇ ਹਾਂ, ਤਾਂ ਇਹਨੂੰ ਭਾਗ ਕਰਕੇ ਆ ਗਿਆ 4000। ਤਾਂ 4000 ਬੋਰੀਆਂ ਉਹਨਾਂ ਨੂੰ ਵੇਚਣੀਆਂ ਚਾਹੀਦੀਆਂ ਨੇ ਚਿੱਟੇ ਸੀਮੈਂਟ ਦੀਆਂ। ਇਹਦੇ ਨਾਲ ਕੀ ਹੋਊਗਾ? ਜਿੰਨਾ ਉਹਨਾਂ ਨੂੰ ਨੁਕਸਾਨ ਹੋਇਆ ਉਨਾ ਹੀ ਉਹ ਪੈਸੇ ਕਮਾ ਲੈਣਗੇ। ਉਸ ਤੋਂ ਬਾਅਦ ਸਾਡੇ ਕੋਲੇ ਕੁਐਸਚਨ ਹੈ ਫਿਲ ਇਨ ਦੀ ਬਲੈਂਕਸ, ਖਾਲੀ ਥਾਵਾਂ ਭਰਨ ਵਾਲਾ। ਇਹ ਆਪਾਂ ਪਹਿਲਾਂ ਵੀ ਕੀਤੇ ਸੀਗੇ, ਤੁਹਾਡੇ ਯਾਦ ਹੋਵੇ। ਹਾਂਜੀ, ਦੇਖੋ ਇੱਧਰ ਆਨਸਰ ਆਉਂਦਾ 27। 3 ਨੂੰ ਕਿਹਦੇ ਨਾਲ ਗੁਣਾ ਕਰੀਏ ਵੀ 27 ਆਵੇ, ਹੈ ਨਾ। 3 ਦਾ ਪਹਾੜਾ ਦੇਖੋ ਪੜ੍ਹ ਕੇ ਵੀ ਕਿੱਥੇ ਜਾ ਕੇ 27 ਆਉਂਦਾ? 9 ਤੇ। 9 ਤੀਆ 27, ਤਾਂ 9 ਇੱਥੇ ਆਪਾਂ ਲਾ ਦਿੰਦੇ ਹਾਂ ਪਹਿਲਾਂ ਤਾਂ। ਹੁਣ ਦੇਖੋ ਆਨਸਰ 'ਚ ਮਾਈਨਸ ਤਾਂ ਆਉਂਦੀ ਨਹੀਂ, ਉਰੇ ਹੈਗੀ ਹੈ। ਇਹਦਾ ਮਤਲਬ ਉਰੇ ਵੀ ਇੱਕ ਮਾਈਨਸ ਆਉਣੀ ਚਾਹੀਦੀ ਹੈ, ਤਾਂ ਹੀ ਮਾਈਨਸ ਮਾਈਨਸ ਕੱਟਣਗੇ। 9 ਤੀਆ ਇਕੱਲਾ 27 ਆ। ਹੁਣ ਅੱਗੇ ਹੈ 7, ਇੱਥੇ ਆਨਸਰ 'ਚ ਕੀ ਹੈ? 35। ਮਾਈਨਸ ਨੂੰ ਆਪਾਂ ਹਾਲੇ ਨਹੀਂ ਦੇਖਦੇ, ਇਕੱਲਾ ਪਹਿਲਾਂ ਆਪਾਂ ਆਨਸਰ ਦੇਖੀਏ। ਹੁਣ 7 ਨੂੰ ਕਿਹਦੇ ਨਾਲ ਗੁਣਾ ਕਰੀਏ ਵੀ 35 ਆਵੇ? 7 ਦਾ ਪਹਾੜਾ ਪੜ੍ਹ ਕੇ ਦੇਖੋ, 5 ਤੇ ਜਾ ਕੇ 35 ਆਉਂਦਾ ਹੈ। ਤਾਂ ਹੁਣ ਮਾਈਨਸ ਇਹਦੇ ਨਾਲ ਲੱਗੂਗੀ ਕਿ ਨਹੀਂ ਲੱਗੂਗੀ?
नहीं लगूगी क्योंकि आंसर च माइनस आउंदी है, मतलब उरे इक्को ही माइनस होनी चाहिए है। जे इत्थे मैं लाती तो फिर ये कट जू, फिर आंसर च तो आनी नहीं। अच्छा हुण आ तो चलो सौखा ही है, 7 8 56। हुण इत्थे एक माइनस है तो किसी ने कटदी नहीं, तो आंसर च आऊगी। उस तो बाद 12 ਨੂੰ ਕਿੰਨੇ ਨਾਲ ਗੁਣਾ ਕਰੀਏ ਵੀ 132 ਆਵੇ, है ना, ਇਹ ਆਊਗਾ ਜੀ 11 ਨਾਲ। ਪਰ ਕਿਉਂਕਿ ਇੱਥੇ ਮਾਈਨਸ ਹੈ ਨਹੀਂ ਆਨਸਰ ਦੇ ਵਿੱਚ, ਤਾਂ ਉਰੇ ਵੀ ਫਿਰ ਮਾਈਨਸ ਲਾਉਣੀ ਆ ਤਾਂ ਕਿ ਇਹ ਮਾਈਨਸ ਤੇ ਮਾਈਨਸ ਕੱਟ ਜਾਣ, ਆਨਸਰ 'ਚ ਨਾ ਆਵੇ। ਹੁਣ ਆਪਣੇ ਕੋਲੇ ਆ ਗਿਆ 1.4 ਅਭਿਆਸ। 1.3 ਦੇ ਵਿੱਚ ਆਪਾਂ ਦੇਖਿਆ ਸੀ ਇੰਟੀਜਰਸ ਨੂੰ ਗੁਣਾ ਕਰਨੀ, ਕਿਵੇਂ ਗੁਣਾ ਕਰਨੀ ਹੈ ਨਾ। ਹੁਣ ਇਹਦੇ 'ਚ ਕੀ ਹੈ, ਭਾਗ ਡਿਵਾਈਡ ਕਰਨਾ ਹੈ। ਉਹਦੇ 'ਚ ਅਸੀਂ ਮਲਟੀਪਲਾਈ ਸਿੱਖਿਆ ਸੀ, 1.3 'ਚ ਕੀ ਸਿੱਖਿਆ ਸੀ, ਮਲਟੀਪਲਾਈ ਕਰਨਾ। ਦੇਖੋ ਬਲੈਂਕਸ ਦੇ ਵਿੱਚ ਮਲਟੀਪਲਾਈ ਸੀ, ਤਾਂ ਹੁਣ ਇੱਥੇ 1.4 'ਚ ਅਸੀਂ ਡਿਵਾਈਡ ਕਰਨਾ ਸਿੱਖਾਂਗੇ ਵੀ ਕਿਵੇਂ ਡਿਵਾਈਡ ਕਰਨਾ ਇਹਨਾਂ ਨੂੰ। ਤਾਂ ਬੜਾ ਈਜ਼ੀ ਹੈ, ਦੇਖੋ 369 ਨੂੰ ਕਿਹਦੇ ਨਾਲ ਡਿਵਾਈਡ ਕਰੀਏ ਵੀ ਉਹੀ ਆਨਸਰ ਆ ਜਾਵੇ, ਬੜਾ ਸੌਖਾ ਹੈ। ਆਪਾਂ ਕਿਸੇ ਅੱਖਰ ਨੂੰ ਕਿਹਦੇ ਨਾਲ ਭਾਗ ਡਿਵਾਈਡ ਕਰੀਏ ਵੀ ਆਨਸਰ ਉਹੀ ਆ ਜਾਵੇ। ਜੇ 5 ਨੂੰ ਮੈਂ 1 ਨਾਲ ਡਿਵਾਈਡ ਕਰਾਂ ਤਾਂ 5 ਹੀ ਆਊਗਾ, 10 ਨੂੰ ਵੀ 1 ਨਾਲ ਕਰਾਂਗੇ ਤਾਂ 10 ਹੀ ਆਊਗਾ। ਇਹਦਾ ਮਤਲਬ ਇਹਨੂੰ ਕਿਹਦੇ ਨਾਲ ਡਿਵਾਈਡ ਕਰੀਏ, 1 ਨਾਲ, ਕਿਉਂਕਿ 1 ਨਾਲ ਡਿਵਾਈਡ ਕਰੇ ਤੇ ਜਾਂ ਮਲਟੀਪਲਾਈ ਕਰੇ ਤੇ ਕੋਈ ਫਰਕ ਨਹੀਂ ਪੈਂਦਾ, ਉਹੀ ਆਨਸਰ ਇਹਦਾ ਹੁੰਦਾ। ਹੁਣ ਦੇਖੋ 75 ਨੂੰ ਮੈਂ ਕਿਹਦੇ ਨਾਲ ਡਿਵਾਈਡ ਕਰਾਂ ਵੀ ਆਨਸਰ 1 ਆ ਜਾਵੇ। ਹਾਲੇ ਮਾਈਨਸ ਦੀ ਗੱਲ ਨਹੀਂ ਕਰਨੀ, ਮਾਈਨਸ ਨੂੰ ਛੱਡ ਦਿਓ, ਬਾਅਦ 'ਚ ਆਪਾਂ ਦੇਖਾਂਗੇ। ਹਾਂਜੀ 75 ਨੂੰ ਕਿਹਦੇ ਨਾਲ ਡਿਵਾਈਡ ਕਰੀਏ ਵੀ 1 ਆਨਸਰ ਆ ਜਾਵੇ। ਕਿਸੇ ਅੱਖਰ ਨੂੰ ਉਹਦੇ ਨਾਲ ਹੀ ਡਿਵਾਈਡ ਕਰੇ ਤੇ 1 ਆਉਂਦਾ ਹੁੰਦਾ, ਤਾਂ ਇਹਦਾ ਮਤਲਬ 75 ਨੂੰ 75 ਨਾਲ ਡਿਵਾਈਡ ਕਰਾਂਗੇ ਤਾਂ 1 ਆਊਗਾ। ਹੁਣ ਦੇਖੋ ਜਿਵੇਂ ਮਲਟੀਪਲਾਈ 'ਚ ਹੁੰਦਾ ਸੀ ਨਾ, ਮਾਈਨਸ ਮਾਈਨਸ ਕੱਟਦੇ ਹੁੰਦੇ ਸੀ, ਡਿਵਾਈਡ 'ਚ ਵੀ ਉਵੇਂ ਹੀ ਹੁੰਦਾ। ਡਿਵਾਈਡ 'ਚ ਦੇਖੋ ਮਾਈਨਸ 1 ਹੀ ਹੈ ਨਾ ਉਰੇ, ਇਹਦੇ ਨਾਲ ਨਹੀਂ ਲਾਉਣੀ ਹੈਗੀ ਕਿਉਂਕਿ ਆਨਸਰ 'ਚ ਮਾਈਨਸ ਆਉਂਦੀ ਆ। ਤਾਂ ਫਿਰ ਇੱਥੇ 1 ਮਾਈਨਸ ਆ ਤਾਂ ਕੱਟਣੀ ਨਹੀਂ ਕਿਸੇ ਨਾਲ, ਤਾਂ ਆਨਸਰ 'ਚ ਆਊਗੀ। ਅੱਛਾ ਹੁਣ ਦੇਖੋ ਕਿਹੜੇ ਅੱਖਰ ਨੂੰ 1 ਨਾਲ ਡਿਵਾਈਡ ਕਰੀਏ ਵੀ 87 ਆਵੇ। ਹਾਂਜੀ 87 ਨਾਲ, ਤਾਂ ਇੱਥੇ 87 ਨੂੰ ਹੀ ਜੇ ਮੈਂ 1 ਨਾਲ ਡਿਵਾਈਡ ਕਰੂੰਗਾ ਤਾਂ ਹੀ 87 ਆਊਗਾ। ਤਾਂ ਹੁਣ ਉਰੇ ਮਾਈਨਸ ਵੀ ਆ, ਇੱਥੇ ਮਾਈਨਸ ਵੀ ਆਊਗੀ। ਹਾਂਜੀ ਹੁਣ 87 ਨੂੰ ਮੈਂ ਕਿਹਦੇ ਨਾਲ ਡਿਵਾਈਡ ਕਰਾਂ ਵੀ ਉਹੀ ਆਨਸਰ ਆ ਜਾਵੇ 1 ਨਾਲ, ਪਰ ਕਿਉਂਕਿ ਮਾਈਨਸ ਨਹੀਂ ਆਉਂਦੀ ਇੱਥੇ, ਇਹਦਾ ਮਤਲਬ ਉਰੇ ਮਾਈਨਸ ਆਊਗੀ, ਤਾਂ ਹੀ ਮਾਈਨਸ ਮਾਈਨਸ ਕੱਟ ਜਾਣਗੇ। ਇਸ ਤੋਂ ਬਾਅਦ ਇਹ ਵੀ ਦੇਖੋ ਬੜਾ ਸੌਖਾ। ਹੁਣ 206 ਨੂੰ ਕਿਹਦੇ ਨਾਲ ਡਿਵਾਈਡ ਕਰੀਏ ਵੀ 1 ਆ ਜਾਵੇ, ਇਹਦਾ ਮਤਲਬ ਉਹ ਅੱਖਰ ਨੂੰ ਉਸੇ ਨਾਲ ਹੀ ਕਰਨਾ ਪਊਗਾ। 206 ਨੂੰ 206 ਨਾਲ ਹੀ ਕਰਾਂਗੇ ਤਾਂ ਹੀ ਆਨਸਰ 1 ਆਊਗਾ। ਤਾਂ ਹੁਣ ਇੱਥੇ ਮਾਈਨਸ ਤਾਂ ਆਉਂਦੀ ਨਹੀਂ, ਤਾਂ ਇਹਦਾ ਮਤਲਬ ਉਰੇ ਲਾਉਣੀ ਪਊਗੀ ਤਾਂ ਕਿ ਕੱਟ ਜਾਵੇ ਤੇ ਆਨਸਰ 'ਚ ਆਵੇ ਨਾ। ਹੁਣ 48 ਨੂੰ ਕਿਹਦੇ ਨਾਲ, ਹੁਣ ਕਿਹੜੇ ਅੱਖਰ ਨੂੰ 48 ਨਾਲ ਡਿਵਾਈਡ ਕਰੀਏ ਵੀ 1 ਆਵੇ, ਹੈ ਨਾ। ਤਾਂ ਤੁਸੀਂ ਦੇਖ ਲਓ ਵੀ ਸੱਜੇ ਪਾਸੇ ਜਦੋਂ 1 ਆਉਂਦਾ ਤਾਂ ਇੱਥੇ ਦੋਨੇ ਅੱਖਰ ਸੇਮ ਹੁੰਦੇ ਨੇ। ਆਹ ਦੇਖੋ ਜਦੋਂ ਵੀ ਇੱਧਰਲੇ ਪਾਸੇ ਆਨਸਰ 1 ਆਉਂਦਾ ਉਦੋਂ ਕੀ ਹੁੰਦਾ, ਇੱਥੇ ਦੋਨੇ ਅੱਖਰ ਸੇਮ ਹੁੰਦੇ ਨੇ, ਹੈ ਨਾ। ਆਹ ਦੇ ਉਰੇ ਵੀ ਇੱਥੇ ਵੀ, ਤਾਂ ਫਿਰ ਉਰੇ ਵੀ ਸੇਮ ਹੋਣਗੇ। ਤਾਂ ਹੁਣ ਦੇਖੋ ਇੱਥੇ ਮਾਈਨਸ ਆਉਂਦਾ ਆਨਸਰ 'ਚ, ਤਾਂ ਇਹਦੇ ਨਾਲ ਮਾਈਨਸ ਆਊਗਾ। ਦੇਖੋ 20 ਨੂੰ ਕਿਹਦੇ ਨਾਲ ਡਿਵਾਈਡ ਕਰੀਏ ਵੀ 2 ਆਵੇ, 10 ਨਾਲ, ਕਿਉਂਕਿ 10 ਦੂਣਾ 20 ਹੁੰਦਾ। ਤਾਂ ਹੁਣ ਮਾਈਨਸ ਆਉਂਦੀ ਹੈ ਆਨਸਰ 'ਚ, ਤਾਂ ਮਾਈਨਸ ਵੀ ਆਊਗਾ ਇੱਥੇ। ਹੁਣ ਦੇਖੋ 4 ਨੂੰ ਕਿਹੜੇ ਅੱਖਰ ਨੂੰ 4 ਨਾਲ ਡਿਵਾਈਡ ਕਰੇ ਤੇ 3 ਆਉਂਦਾ। 12 ਨੂੰ 4 ਨਾਲ ਡਿਵਾਈਡ ਕਰਕੇ ਦੇਖੋ 3 ਆਊਗਾ, ਨਾਲ ਮਾਈਨਸ ਵੀ ਆਊਗੀ ਕਿਉਂਕਿ ਆਨਸਰ 'ਚ ਮਾਈਨਸ ਆਉਂਦੀ ਆ। ਚਲੋ ਅੱਗੇ ਦੇਖਦੇ ਹਾਂ। ਇਹ ਆ ਗਏ ਡਿਵਾਈਡ ਕਰਨ ਵਾਲੇ ਸੌਖੇ ਸਵਾਲ। ਪਹਿਲਾਂ ਮਾਈਨਸ ਨੂੰ ਨਹੀਂ ਦੇਖਣਾ, ਸਿੰਪਲ ਡਿਵਾਈਡ ਕਰਨਾ। 30 ਨੂੰ 10 ਨਾਲ ਡਿਵਾਈਡ ਕਰੋ। ਹਾਂਜੀ 10 ਨਾਲ ਡਿਵਾਈਡ ਕਰੇ ਤੇ ਕਿੰਨਾ ਆਊਗਾ, 3। ਹੁਣ ਮਾਈਨਸ 1 ਆ ਨਾ, ਇੱਥੇ ਕੱਟ ਤਾਂ ਰਹੀ ਨਹੀਂ ਕਿਸੇ ਨਾਲ, ਤਾਂ ਆਨਸਰ 'ਚ ਆ ਗਈ। ਦੇਖੋ 50 ਨੂੰ 5 ਨਾਲ ਡਿਵਾਈਡ ਕਰੋ, ਕਿੰਨਾ ਆ ਗਿਆ, 10। 10 5 50 ਹੁੰਦੇ ਨੇ, ਤਾਂ ਨਾਲ ਮਾਈਨਸ ਵੀ ਆਊਗੀ ਕਿਉਂਕਿ ਮਾਈਨਸ ਕੱਟੀ ਨਹੀਂ ਕਿਸੇ ਨਾਲ, ਇਕੱਲੀ ਸੀਗੀ। ਹੁਣ ਦੇਖੋ ਇੱਥੇ 2 ਮਾਈਨਸ ਨੇ ਕੱਟ ਗਏ ਜਿਵੇਂ ਮਲਟੀਪਲਾਈ 'ਚ ਹੁੰਦਾ ਸੀ। 36 ਨੂੰ 9 ਨਾਲ ਡਿਵਾਈਡ ਕਰੋ, ਕਿੰਨਾ ਆ ਗਿਆ, 4। 4 ਤੇ ਜਾਊਗਾ, 9 ਚੌਕੇ 36। ਆ ਦੇਖੋ ਫੇਰ ਹੋਈ, ਜਦੋਂ ਅੱਖਰ ਨੂੰ ਉਹਦੇ ਨਾਲ ਹੀ ਡਿਵਾਈਡ ਕਰਦੇ ਹੋ ਤਾਂ ਕਿੰਨਾ ਆਨਸਰ ਆਉਂਦਾ, 1। ਨਾਲ ਮਾਈਨਸ ਵੀ ਆਊ ਕਿਉਂਕਿ ਮਾਈਨਸ ਕੱਟੀ ਨਹੀਂ ਹੈਗੀ। ਹੁਣ ਇਸ 'ਚ ਦੇਖੋ, ਇਹ 'ਚ ਪਹਿਲਾਂ ਕੀ ਕਰਨਾ ਹੈ,
ਪਹਿਲਾਂ ਅਸੀਂ ਬ੍ਰੈਕਟ ਨੂੰ ਸੋਲਵ ਕਰਦੇ ਹੁੰਦੇ ਆ। ਦੇਖੋ ਮਾਈਨਸ ਦਾ 2 ਹੈ ਪਲੱਸ ਦਾ 1 ਹੈ, ਕੀ ਆ ਗਿਆ -1। ਡਿਫਰੈਂਟ ਨੇ ਨਾ ਇਹਨਾਂ ਦੇ ਸਾਈਨ, ਇਹ ਮਾਈਨਸ ਹੈ ਪਲੱਸ ਹੈ ਤਾਂ ਕੀ ਹੋਊਗਾ ਮਾਈਨਸ ਹੋਊਗੀ। 2 ਚੋਂ 1 ਘਟਾਵਾਂਗੇ 1 ਆਊਗਾ, ਨਿਸ਼ਾਨੀ ਵੱਡੀ ਰਕਮ ਵਾਲੀ। ਤਾਂ ਹੁਣ ਦੇਖੋ ਜਦੋਂ ਕਿਸੇ ਨੰਬਰ ਨੂੰ ਅਸੀਂ 1 ਨਾਲ ਡਿਵਾਈਡ ਕਰਦੇ ਹਾਂ ਤਾਂ ਆਨਸਰ ਕੀ ਆਉਂਦਾ, ਉਹੀ ਨੰਬਰ ਆ ਜਾਂਦਾ ਹੁੰਦਾ। ਨਾਲ ਮਾਈਨਸ ਵੀ ਹੈ, ਇੱਕੋ ਹੀ ਮਾਈਨਸ ਹੈ ਨਾ, ਇੱਥੇ ਕੱਟੀ ਨਹੀਂ ਕਿਸੇ ਨਾਲ, ਤਾਂ ਆਨਸਰ 'ਚ ਮਾਈਨਸ ਆਊਗੀ। ਹੁਣ ਆ ਦੇਖੋ ਬੜਾ ਇੰਟਰਸਟਿੰਗ, 0 ਨੂੰ ਮਲਟੀਪਲਾਈ ਕਰੀਏ ਕਿਸੇ ਨਾਲ, ਚਾਹੇ 0 ਨੂੰ ਕਿਸੇ ਨੰਬਰ ਨਾਲ ਡਿਵਾਈਡ ਕਰੀਏ, ਆਨਸਰ 0 ਹੀ ਆਊਗਾ। ਠੀਕ ਹੈ, 0 ਨੂੰ ਕਿਸੇ ਵੀ ਨੰਬਰ ਨਾਲ ਮਲਟੀਪਲਾਈ ਕਰ ਦਿਓ, ਕਿਸੇ ਵੀ ਨੰਬਰ ਨਾਲ ਡਿਵਾਈਡ ਕਰ ਦਿਓ, ਆਨਸਰ 0 ਹੀ ਆਊਗਾ। ਉਸ ਤੋਂ ਬਾਅਦ ਇਹ ਹੈ, ਇਹ ਵੀ ਬੜਾ ਸੌਖਾ ਹੈ। ਪਹਿਲਾਂ ਬ੍ਰੈਕਟ ਸੋਲਵ ਕਰਾਂਗੇ, ਇਹ ਵੀ ਮਾਈਨਸ ਦਾ ਇਹ ਵੀ ਮਾਈਨਸ ਦਾ, ਕਿੰਨੇ ਹੋ ਗਏ ਮਾਈਨਸ ਦੇ 31। ਹੁਣ ਦੇਖੋ ਮਾਈਨਸ ਮਾਈਨਸ ਕੱਟੀ ਗਈ, ਜਦੋਂ ਕਿਸੇ ਨੰਬਰ ਨੂੰ ਉਹਦੇ ਨਾਲ ਹੀ ਡਿਵਾਈਡ ਕਰਦੇ ਹਾਂ ਤਾਂ ਆਨਸਰ ਆਉਂਦਾ 1। ਹੁਣ ਪਹਿਲਾਂ ਬ੍ਰੈਕਟ ਸੋਲਵ ਕਰਦੇ ਹਾਂ, 36 ਨੂੰ 12 ਨਾਲ ਡਿਵਾਈਡ ਕਰੋ ਜੀ, ਕਿੰਨਾ ਆ ਗਿਆ 3। 12 ਤੀਆ 36 ਹੁੰਦਾ ਨਾ, ਮਾਈਨਸ ਆ ਗਿਆ ਕਿਉਂਕਿ ਮਾਈਨਸ ਤਾਂ ਕੱਟਿਆ ਨਹੀਂ ਕਿਸੇ ਨਾਲ। ਚਲੋ ਹੁਣ 3 ਨੂੰ 3 ਨਾਲ ਹੀ ਡਿਵਾਈਡ ਕਰਨਾ, ਕਿੰਨਾ ਆਊਗਾ 1, ਪਰ ਮਾਈਨਸ ਹੈ ਆਨਸਰ 'ਚ ਆਊਗੀ ਕਿਉਂਕਿ ਇਹ ਕੱਟੀ ਨਹੀਂ ਕਿਸੇ ਨਾਲ। ਹੁਣ ਬ੍ਰੈਕਟ ਨੂੰ ਸੋਲਵ ਕਰਾਂਗੇ, ਮਾਈਨਸ ਦਾ 6 ਪਲੱਸ ਦਾ 5, ਕਿੰਨਾ ਆ ਗਿਆ ਮਾਈਨਸ ਦਾ 1। ਇਹ ਵੀ ਕੀ ਆ ਗਿਆ -1। ਦੇਖੋ ਮਾਈਨਸ ਦਾ 6 ਹੈ ਪਲੱਸ ਦਾ 5 ਹੈ ਤਾਂ ਘਟਾ ਕੇ -1, ਨਿਸ਼ਾਨੀ ਵੱਡੀ ਰਕਮ ਵਾਲੀ ਆਊਗੀ। ਮਾਈਨਸ ਦਾ 2 ਹੈ ਪਲੱਸ ਦਾ 1 ਹੈ, ਘਟਾ ਕੇ 1, ਨਿਸ਼ਾਨੀ ਵੱਡੀ ਰਕਮ ਵਾਲੀ। ਤਾਂ ਹੁਣ ਮਾਈਨਸ ਮਾਈਨਸ ਕੱਟੇ ਗਏ, ਕਿੰਨਾ ਆ ਗਿਆ, 1 ਨੂੰ 1 ਨਾਲ ਡਿਵਾਈਡ ਕਰਾਂਗੇ 1 ਹੀ ਆਊਗਾ।